जी आए ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ MCB ਔਰ ਇੰਗਲਿਸ਼ ਮੇਨ ਕੋਰਸ ਬੁੱਕ ਉਸਦਾ ਲੈਸਨ ਨੰਬਰ 3 ਬਜਟਿੰਗ ਯੂਰ ਟਾਈਮ ਅਰਥਾਤ ਤੁਹਾਡੇ ਸਮਾਂ ਖਰਚ ਦੀ ਵਿਉਂਤਬੰਦੀ। ਸੋ ਇਸ ਲੈਸਨ ਦੀ ਜੋ ਹੁਣ ਐਕਸਰਸਾਈਜ਼ ਸ਼ੁਰੂ ਕਰਨ ਜਾ ਰਹੇ ਹਾਂ, ਰੀਡਿੰਗ ਟ੍ਰਾਂਸਲੇਸ਼ਨ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਕੰਪਰੀਹੈਂਸ਼ਨ ਕੁਐਸਚਨਸ ਜਾਂ ਫਿਰ ਕੁਐਸਚਨਸ ਐਂਡ ਆਨਸਰਸ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿੰਨੇ ਆਨਸਰਸ ਤੁਹਾਡੇ ਲਈ ਪੇਸ਼ ਕੀਤੇ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲੈਣਾ, ਪਰ ਨਾਲ ਦੇ ਨਾਲ ਰਿਵਾਈਜ਼ ਕਰਕੇ ਇਹਨਾਂ ਨੂੰ ਆਪਣੇ ਆਪ ਲਿਖਣ ਦਾ ਅਭਿਆਸ ਵੀ ਕਰਨਾ ਹੈ। ਇਸੇ ਚੈਨਲ ਦੇ ਉੱਤੇ ਪਲੇਲਿਸਟ ਹੋ ਰਹੀ ਹੈ 9th ਮੈਥ, ਜਿਹਦੇ ਵਿੱਚ ਤੁਹਾਡੀ 9th ਦੀ ਜੋ ਗਣਿਤ ਦੀ ਕਿਤਾਬ ਹੈ ਮੈਥ ਦੀ, ਉਹ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਕੋਈ ਵੀ ਵੀਡੀਓ ਜਿਹੜਾ ਸਵਾਲ ਤੁਹਾਨੂੰ ਨਹੀਂ ਆਉਂਦਾ ਤੁਸੀਂ ਉੱਥੇ ਆਰਾਮ ਦੇ ਨਾਲ ਦੇਖ ਸਕਦੇ ਹੋ। ਇੱਕ ਹੋਰ ਪਲੇਲਿਸਟ ਹੈ 9th ਮੈਥ ਨੋਟਸ, ਜਿਹਦੇ ਵਿੱਚ ਤੁਹਾਡੇ ਮੈਥ ਦੇ ਕਨਸੈਪਟਸ, ਨੁਕਤੇ, ਡੈਫੀਨੇਸ਼ਨਸ, ਥਿਓਰਮਸ ਨੂੰ ਡਿਟੇਲ ਵਿੱਚ ਸਮਝਾਇਆ ਗਿਆ ਹੈ, ਉਹਦਾ ਬੈਨੀਫਿਟ ਵੀ ਲਿਆ ਜਾ ਸਕਦਾ ਹੈ। ਤੇ ਇੱਕ ਹੋਰ ਪਲੇਲਿਸਟ ਹੈ 9th ਸਾਇੰਸ, ਜਿਹਦੇ ਵਿੱਚ ਤੁਹਾਡੀ ਸਾਇੰਸ ਦੇ ਕਿਤਾਬ ਦੇ ਸਾਰੇ ਨੋਟਸ ਤੇ ਉਹਦੀ ਐਕਸਰਸਾਈਜ਼ਸ ਤੇ ਉਹਦੇ ਜਿਹੜੇ ਕਿਤਾਬ ਦੇ ਅੰਦਰਲੇ ਕੁਐਸਚਨਸ ਨੇ ਉਹ ਵੀ ਹੱਲ ਕਰਕੇ ਵੀਡੀਓ ਬਣਾ ਕੇ ਪਾਏ ਜਾ ਰਹੇ ਨੇ। ਸੋ ਤੁਸੀਂ ਉਹਨਾਂ ਸਾਰਿਆਂ ਦਾ ਬੈਨੀਫਿਟ ਵੀ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਸੋ ਪਾਰਟ 1 ਹੈਗਾ, ਕਹਿੰਦੇ ਆਨਸਰ ਦੀ ਫੋਲੋਇੰਗ ਕੁਐਸਚਨਸ ਇਨ ਬਰੀਫ। ਇਨ ਬਰੀਫ ਦਾ ਮਤਲਬ ਹੁੰਦਾ ਹੈ ਸੰਖੇਪ ਵਿੱਚ, ਠੀਕ ਹੈ ਨਾ। ਹੇਠ ਲਿਖੇ ਸਵਾਲਾਂ ਦੇ ਜਵਾਬ ਸੰਖੇਪ ਵਿੱਚ ਲਿਖੋ। ਸੋ ਕੁਐਸਚਨ ਨੰਬਰ 1, ਵਾਈ ਇਜ਼ ਮਨੀ ਕੰਸੀਡਰਡ ਸੋ ਇੰਪੋਰਟੈਂਟ, ਅਰਥਾਤ ਪੈਸੇ ਨੂੰ ਇੰਨਾ ਮਹੱਤਵਪੂਰਨ ਕਿਉਂ ਸਮਝਿਆ ਜਾਂਦਾ ਹੈ। ਸੋ ਅਸੀਂ ਆਨਸਰ ਦੇਣੇ ਨੇ ਸਬਕ ਦੇ ਵਿੱਚੋਂ ਜੋ ਅਸੀਂ ਲੈਸਨ ਪੜ੍ਹਿਆ। Money is considered important because of its great power, ਕਿਉਂਕਿ ਇਹਦੀ ਵੱਡੀ ਤਾਕਤ ਕਰਕੇ ਇਹਨੂੰ ਇੰਨੀ ਮਹੱਤਤਾ ਦਿੱਤੀ ਜਾਂਦੀ ਹੈ। Money makes the mere go, ਅਰਥਾਤ ਪੈਸੇ ਨਾਲ ਸਾਰੇ ਕੰਮ ਹੋ ਜਾਂਦੇ ਹਨ। That is, money gets things done, ਮਤਲਬ ਕਿ ਅਸੀਂ ਇਹ ਜਿਹੜੀ ਅਖਾਣ ਹੈਗਾ ਇਹਦਾ ਅੱਗੇ ਅਰਥ ਲਿਖ ਦਿੱਤਾ ਹੈ, Money makes the mere go, ਪੈਸੇ ਨਾਲ ਘੋੜੀ ਅੱਗੇ ਤੁਰਦੀ ਹੈ, ਅਰਥਾਤ that is money gets things done, ਅਰਥਾਤ ਪੈਸੇ ਰਾਹੀਂ ਕੰਮ ਹੁੰਦੇ ਨੇ। ਠੀਕ ਹੈ। ਕੁਐਸਚਨ ਨੰਬਰ 2, what do people believe, ਲੋਕੀ ਕਿਸ ਗੱਲ ਤੇ ਵਿਸ਼ਵਾਸ ਕਰਦੇ ਨੇ, about ਬਾਰੇ, the power of money, ਅਰਥਾਤ ਪੈਸੇ ਦੀ ਤਾਕਤ ਬਾਰੇ ਲੋਕਾਂ ਦੇ ਮਨਾਂ ਵਿੱਚ ਕੀ ਵਿਸ਼ਵਾਸ ਹੈ, ਕੀ ਧਾਰਨਾ ਹੈ ਉਹਨਾਂ ਦੀ। ਠੀਕ ਹੈ। ਸੋ ਜਵਾਬ ਹੈ people believe in the greatness of the power of money, ਲੋਕੀ ਪੈਸੇ ਦੀ ਤਾਕਤ ਦੀ ਮਹਾਨਤਾ, ਪੈਸੇ ਦੀ ਤਾਕਤ ਦੀ ਵਡਿਆਈ ਜਿਹੜੀ ਹੈ ਉਹਦੇ ਬਾਰੇ ਉਹਨਾਂ ਦੇ ਮਨਾਂ ਵਿੱਚ ਇੱਕ ਧਾਰਨਾ ਬਣੀ ਹੋਈ ਹੈ, ਯਕੀਨ ਹੈ ਕਿ ਪੈਸਾ ਬੜੀ ਵੱਡੀ ਚੀਜ਼ ਹੈ। ਕੁਐਸਚਨ ਨੰਬਰ 3, does time wait for anyone, ਕੀ ਸਮਾਂ ਕਿਸੇ ਦੀ ਉਡੀਕ ਕਰਦਾ ਹੈ। ਸੋ ਬੱਚੇ ਦੇਖੋ ਜਿੱਥੇ does ਹੈਗਾ ਨਾ ਉੱਥੇ ਜਵਾਬ ਵਿੱਚ ਜਿਹੜੀ ਵਰਬ ਹੁੰਦੀ ਹੈ ਵਰਬ, ਉਹਦੇ ਵਿੱਚ ਅੱਗੇ s ਲੱਗਦਾ ਹੈ, ਪਰ ਕਿਉਂਕਿ ਸਾਡਾ ਜਵਾਬ ਨਾਵਾਚਕ ਵਿੱਚ ਹੋਏਗਾ ਤੇ ਇਸ ਕਰਕੇ ਅਸੀਂ ਆਕਸੀਲਰੀ ਵਰਬ ਜਿਹੜੀ ਹੈ do does ਜਿਹੜੀ ਹੈਗੀ ਹੈ ਅਸੀਂ ਇਹਨੂੰ ਦੀ ਵਰਤਾਂਗੇ। ਸੋ ਸਵਾਲ does ਵਿੱਚ ਹੈਗਾ ਤੇ ਜਵਾਬ ਵਿੱਚ ਵੀ does ਹੀ ਰਹੇਗਾ। ਠੀਕ ਹੈ। ਸੋ ਜਵਾਬ ਹੈਗਾ no, ਨਹੀਂ। ਫਿਰ ਅੱਗੇ ਕਹਿਣਾ ਹੈ time does not wait for anyone, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਫਿਰ ਅਗਲਾ ਸਵਾਲ ਹੈ what type of precious moment should not be lost, moment ਮੈਨੇ ਪਲ, ਪ੍ਰੈਸ਼ੀਅਸ ਮੈਨੇ ਕੀਮਤੀ, ਸੋ ਪ੍ਰੈਸ਼ੀਅਸ ਮੂਮੈਂਟ ਦਾ ਮਤਲਬ ਹੋ ਗਿਆ ਕੀਮਤੀ ਪਲ। ਕਹਿੰਦੇ ਉਹ ਕਿਸ ਕਿਸਮ ਦਾ ਕੀਮਤੀ ਪਲ ਹੈ, should not be lost, ਜਿਹੜਾ ਹੱਥੋਂ ਨਹੀਂ ਗਵਾਉਣਾ ਚਾਹੀਦਾ, ਜਿਹੜਾ ਖੁੰਝਾਉਣਾ ਨਹੀਂ ਚਾਹੀਦਾ। ਸੋ ਜਵਾਬ ਹੈ a rare moment, ਉਹ ਕਦੇ ਕਦੇ ਆਉਣ ਵਾਲਾ ਪਲ, in one's journey of life, ਕਿਸੇ ਦੀ ਜ਼ਿੰਦਗੀ ਦੇ ਸਫ਼ਰ ਵਿੱਚ, which can make or mar a person's whole future, ਜਿਹੜਾ ਮਨੁੱਖ ਦੇ ਸਾਰੇ ਭਵਿੱਖ ਨੂੰ ਸਵਾਰ ਜਾਂ ਵਿਗਾੜ ਸਕਦਾ ਹੈ। ਇਸ ਦੀ ਪ੍ਰੈਸ਼ੀਅਸ ਮੂਮੈਂਟ, ਉਹ ਪਲ ਜਿਹੜਾ ਹੈ ਬੜਾ ਕੀਮਤੀ ਹੈ, that should not be lost, ਉਹਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਫਿਰ ਆ ਗਿਆ ਕੁਐਸਚਨ ਨੰਬਰ 5, what do we mean by saying, ਇੱਥੇ saying ਦਾ ਮਤਲਬ ਹੈ ਅਖਾਣ। ਅਸੀਂ ਇਸ ਅਖਾਣ ਤੋਂ ਕੀ ਮਤਲਬ ਕੱਢੀਏ, ਇਹਦਾ ਕੀ ਮਤਲਬ ਹੈ, what do we mean, ਕਿ art is long and time is fleeting, ਕਿ ਕਲਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਲੰਮੀ ਹੈ,
ਅਤੇ ਟਾਈਮ ਇਜ਼ ਫਲੀਟਿੰਗ ਅਤੇ ਸਮਾਂ ਭੱਜਦਾ ਜਾ ਰਿਹਾ ਹੈ। ਸੋ ਇਹਦਾ ਮਤਲਬ ਕੀ ਹੈ? ਆਰਟ ਹੇਅਰ ਮੀਨਸ ਦੀ ਗੁੱਡ ਕੰਸਟਰਕਟਿਵ ਵਰਕ, ਅਰਥਾਤ ਚੰਗੇ ਉਸਾਰੂ ਕੰਮ ਵੱਲ ਇਸ਼ਾਰਾ ਹੈ। ਇੱਥੇ ਆਰਟ ਦਾ ਮਤਲਬ ਹੈ ਕੋਈ ਚੰਗੇ ਉਸਾਰੂ ਕੰਮ, ਠੀਕ ਹੈ। ਇਟ ਮੀਨਸ ਦੈਟ, ਇਹਦਾ ਇਹ ਮਤਲਬ ਹੈ ਦੇयर ਇਜ਼ ਅ ਲੋਟ ਆਫ ਗੁੱਡ ਐਂਡ ਹੈਲਦੀ ਟੂ ਲਰਨ ਐਂਡ ਇੰਬਰੇਸ, ਅਰਥਾਤ ਸਾਡੇ ਵਾਸਤੇ ਚੰਗਾ ਅਤੇ ਸਿਹਤਮੰਦ ਸਿੱਖਣ ਲਈ ਅਤੇ ਅਪਣਾਉਣ ਲਈ। ਇੰਬਰੇਸ ਦਾ ਮਤਲਬ ਹੁੰਦਾ ਬੱਚੋ ਕਲਾਵੇ ਵਿੱਚ ਲੈਣਾ, ਅਪਣਾਉਣਾ ਜਾਂ ਜੱਫੀ ਪਾਣੀ, ਅਰਥਾਤ ਚੰਗੀਆਂ ਆਦਤਾਂ, ਚੰਗੀਆਂ ਕਲਾਵਾਂ, ਚੰਗੇ ਹੁਨਰ, ਸਿਹਤਮੰਦ ਆਦਤਾਂ, ਸਿਹਤਮੰਦ ਸੋਚ, ਇਹ ਕਰਨ ਲਈ ਬਹੁਤ ਕੁਛ ਹੈਗਾ। ਸਾਰੇ ਮਾੜੇ ਕੰਮ ਹੀ ਨਹੀਂ ਹੈਗੇ, ਇਕੱਲੀ ਨਿੰਦਾ ਚੁਗਲੀ ਨਹੀਂ ਹੈਗੀ, ਇਕੱਲੀ ਫੇਸਬੁੱਕ ਹੀ ਨਹੀਂ ਹੈਗੀ, ਇਕੱਲੀਆਂ ਫਿਲਮਾਂ ਜਾਂ ਅਵਾਰਾਗਰਦੀ ਨਹੀਂ ਹੈਗੀ, ਆਲਸ ਹੀ ਨਹੀਂ ਹੈਗਾ। ਸਿੱਖਣ ਲਈ ਤੇ ਅਪਣਾਉਣ ਲਈ ਸਿਹਤਮੰਦ ਅਤੇ ਵਧੀਆ ਬਹੁਤ ਜ਼ਿਆਦਾ ਹੈ। There is a lot of good and healthy to learn and embrace, but the time is running out fast. ਪਰ ਸਮਾਂ ਜਿਹੜਾ ਹੈ ਉਹ ਬੜੀ ਛੇਤੀ ਦੇ ਨਾਲ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ। Question number 6, which is the most important time for doing something? ਕੋਈ ਕੰਮ ਕਰਨ ਲਈ ਸਭ ਤੋਂ ਅਹਿਮ, ਸਭ ਤੋਂ ਮਹੱਤਵਪੂਰਨ ਸਮਾਂ ਕਿਹੜਾ ਹੈ? ਸੋ ਅਸੀਂ ਲੈਸਨ 'ਚ ਪੜ੍ਹ ਚੁੱਕੇ ਹਾਂ। ਜਵਾਬ ਹੈ ਦੀ ਪ੍ਰੈਜ਼ੈਂਟ, ਅਰਥਾਤ ਵਰਤਮਾਨ, ਜੋ ਇਸ ਵੇਲੇ ਹੁਣ ਹੈ, ਹੁਣ। ਦੀ ਪ੍ਰੈਜ਼ੈਂਟ ਇਜ਼ ਦੀ ਮੋਸਟ ਇੰਪੋਰਟੈਂਟ ਟਾਈਮ ਫॉर ਡੂਇੰਗ ਸਮਥਿੰਗ। ਕੋਈ ਵੀ ਕੰਮ ਕਰਨ ਲਈ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ, ਸਭ ਤੋਂ ਵਧੀਆ ਸਮਾਂ ਹੁਣ ਹੈ। ਕੁਐਸਚਨ ਨੰਬਰ 7, ਵਾਈ ਮਸਟ ਵਨ ਬੀ ਪੰਕਚੁਅਲ? ਪੰਕਚੁਅਲ ਦਾ ਮਤਲਬ ਹੁੰਦਾ ਬੱਚਿਓ ਸਮੇਂ ਦਾ ਪਾਬੰਦ ਹੋਣਾ। ਸੋ ਕਹਿੰਦੇ ਵਾਈ ਮਸਟ ਵਨ ਬੀ ਪੰਕਚੁਅਲ, ਕਿਸੇ ਨੂੰ ਵੀ ਸਮੇਂ ਦੇ ਪਾਬੰਦ ਹੋਣਾ ਇੰਨਾ ਲਾਜ਼ਮੀ ਕਿਉਂ ਹੈ? ਕਿਉਂ ਲਾਜ਼ਮੀ ਕਿਉਂ ਸਮੇਂ ਦੇ ਪਾਬੰਦ ਹੋਣਾ ਚਾਹੀਦਾ? ਕਿਉਂ ਬਾਰ-ਬਾਰ ਕਿਹਾ ਜਾਂਦਾ ਹੈ ਸਮੇਂ ਦੀ ਪਾਬੰਦੀ ਦੀ ਆਦਤ ਪਾਓ, ਸਮੇਂ ਦੇ ਪਾਬੰਦ ਹੋਵੋ? ਕਹਿੰਦੇ ਇਹਦੇ ਵਿੱਚ ਇੰਨੀ ਕੀ ਖਾਸ ਗੱਲ ਹੈਗੀ ਹੈ, ਕਿਉਂ ਇਦਾਂ ਹੋਣਾ ਚਾਹੀਦਾ? ਸੋ ਜਵਾਬ ਹੈ ਵਨ ਮਸਟ ਬੀ ਪੰਕਚੁਅਲ ਟੂ ਇਨਸ਼ੋਰ, ਇਨਸ਼ੋਰ ਹੁੰਦਾ ਯਕੀਨੀ ਬਣਾਉਣਾ, ਇਸ ਗੱਲ ਨੂੰ ਯਕੀਨੀ ਬਣਾਇਆ ਜਾਏ। ਮਤਲਬ ਸਮੇਂ ਦੇ ਪਾਬੰਦ ਹੋਣ ਦਾ ਮਤਲਬ ਇਹ ਹੈਗਾ ਹੈ ਇਸ ਕਰਕੇ ਕਿ ਇਹ ਗੱਲ ਪੱਕੀ ਕਰ ਲਈ ਜਾਏ, ਕਿਹੜੀ? that an opportunity is not missed, ਕਿ ਕੋਈ ਮੌਕਾ ਹੱਥੋਂ ਨਾ ਨਿਕਲ ਜਾਵੇ। ਇਸ ਕਰਕੇ ਸਮੇਂ ਦੇ ਪਾਬੰਦ ਹੋਣਾ ਬੜਾ ਜ਼ਰੂਰੀ ਹੈ। ਤੇ ਨਾਲ ਸਮਝਾ ਦਈਏ ਇਹਦਾ ਕੀ ਮਤਲਬ ਹੈ opportunity is not missed, ਮੌਕਾ ਹੱਥੋਂ ਨਾ ਖੁੰਝ ਜਾਏ। ਕਹਿੰਦੇ by being late, ਕੁਵੇਲਾ ਹੋਣ ਕਰਕੇ, ਪਿਛੇਤਾ ਹੋਣ ਕਰਕੇ, ਦੇਰੀ ਹੋਣ ਕਰਕੇ, ਜੇ ਅਸੀਂ ਸਮੇਂ ਦੇ ਪਾਬੰਦ ਨਹੀਂ ਹੋਏ, ਦੇਰੀ ਨਾ ਪਹੁੰਚੇ ਤੇ ਕੀ ਹੋਏਗਾ? one may miss, ਹੋ ਸਕਦਾ ਹੈ ਖੁੰਝ ਜਾਏ। A crucial train or flight, ਕੋਈ ਨਿਰਣਾਕਾਰੀ ਗੱਡੀ ਜਾਂ ਉਡਾਨ, ਫਲਾਈਟ ਸਾਡੀ ਮਿਸ ਹੋ ਜਾਏ। An interview, ਸਾਡਾ ਇੰਟਰਵਿਊ ਮਿਸ ਹੋ ਜਾਏ, ਲੇਟ ਹੋ ਜਾਈਏ। A job, ਕੋਈ ਨੌਕਰੀ ਹੱਥੋਂ ਨਿਕਲ ਜਾਏ। Or admission to a valuable course, ਕੋਈ ਬੜੇ ਮਹੱਤਵਪੂਰਨ ਕੀਮਤੀ ਕੋਰਸ ਵਿੱਚ ਐਡਮਿਸ਼ਨ ਲੈਣੋਂ ਅਸੀਂ ਰਹਿ ਜਾਈਏ। ਇਹ ਗੱਲਾਂ ਤਦ ਹੁੰਦੀਆਂ ਜਦੋਂ ਅਸੀਂ ਸਮੇਂ ਦੇ ਪਾਬੰਦ ਨਹੀਂ ਹੁੰਦੇ, ਜਦੋਂ ਅਸੀਂ ਸਮੇਂ ਦੀ ਕੀਮਤ ਨੂੰ ਨਹੀਂ ਸਮਝਦੇ, ਅਸੀਂ ਉਹਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ। ਸੋ ਇਹਨਾਂ ਗੱਲਾਂ ਕਰਕੇ ਸਮੇਂ ਦੇ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ। ਕੁਐਸਚਨ ਨੰਬਰ 8, ਕਹਿੰਦੇ ਇਜ਼ ਇਟ ਯੂਜ਼ਫੁਲ ਟੂ ਕਰਾਈ ਓਵਰ ਸਪਿਲਟ ਮਿਲਕ ਔਰ ਬਲੇਮ ਅਵਰ ਸਟਾਰਸ ਫॉर ਅਵਰ ਫੇਲੀਅਰਸ? ਕਹਿੰਦੇ ਸਾਨੂੰ ਆਪਣੀ ਗਲਤੀਆਂ ਕਰਕੇ, ਆਪਣੀ ਨਾਕਾਮਯਾਬੀਆਂ ਵਾਸਤੇ ਆਪਣੇ ਤਾਰਿਆਂ ਨੂੰ, ਨਖੱਤਰਾਂ ਨੂੰ, ਗ੍ਰਹਿਾਂ ਨੂੰ ਦੋਸ਼ ਦੇਣਾ ਕਿ ਇਹਦਾ ਕੋਈ ਫਾਇਦਾ ਹੈ? ਜਾਂ ਕਰਾਈ ਓਵਰ ਦ ਸਪਿਲਟ ਮਿਲਕ, ਜਿਹੜਾ ਮੌਕਾ ਹੱਥੋਂ ਨਿਕਲ ਗਿਆ ਜਾਂ ਜਿਹੜਾ ਉਹ ਲਾਸ ਹੋ ਗਿਆ, ਜਿਹੜਾ ਨੁਕਸਾਨ ਹੋ ਗਿਆ, ਦੁੱਧ ਡੁੱਲ ਗਿਆ, ਉਸ ਡੁੱਲੇ ਦੁੱਧ ਦੇ ਉੱਤੇ ਰੋਣ ਦਾ ਜਾਂ ਆਪਣੇ ਗ੍ਰਹਿਾਂ ਨੂੰ ਦੋਸ਼ ਦੇਣ ਦਾ ਕੀ ਕੋਈ ਲਾਭ ਹੈ, ਕੋਈ ਫਾਇਦਾ ਹੈ? और देखिए जवाब है नो, नहीं। इट इज़ नॉट यूजफुल, कोई लाभ नहीं टू क्राई ओवर द स्पिल्ट मिल्क, कि डुल्ले दुध ते रोया जावे। और ब्लेम अवर स्टार्स फॉर अवर फेलियर्स, ਅਤੇ ਗ੍ਰਹਿਾਂ ਨੂੰ ਆਪਣੀਆਂ ਨਾਕਾਮਯਾਬੀਆਂ ਲਈ ਦੋਸ਼ ਦਿੱਤਾ ਜਾਵੇ। ਫਿਰ ਕੀ ਕਰਨਾ ਚਾਹੀਦਾ? ਇੰਸਟੈਡ, ਬਲਕਿ ਕੀ ਕਰਨਾ ਚਾਹੀਦਾ? ਇਹਦੇ ਉਲਟ ਕੀ ਕਰਨਾ ਚਾਹੀਦਾ? ਵੀ ਸ਼ੁੱਡ ਐਕਸੈਪਟ ਦੀ ਰਿਸਪੌਂਸਿਬਿਲਿਟੀ, ਸਾਨੂੰ ਆਪਣੀ ਜ਼ਿੰਮੇਵਾਰੀ ਨੂੰ ਕਬੂਲ ਕਰਨਾ ਚਾਹੀਦਾ ਕਿ ਹਾਂ ਮੇਰੇ ਕੋਲ ਇਹ ਗਲਤੀਆਂ ਹੋਈਆਂ, ਮੇਰੇ ਕੋਲ ਇਹ ਕਮੀਆਂ ਰਹਿ ਗਈਆਂ। ਫॉर ਆਵਰ ਓਮਿਸ਼ਨਸ, ਆਪਣੀਆਂ ਗਲਤੀਆਂ ਕਰਕੇ, ਆਪਣੀਆਂ ਨਜ਼ਰਅੰਦਾਜ਼ੀਆਂ ਕਰਕੇ, ਆਪਣੀ ਜਿਹੜੀ ਕਰ ਲਾਪਰਵਾਹੀਆਂ ਕਰਕੇ ਸਾਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਐਂਡ ਲਰਨ ਫਰੋਮ ਆਵਰ ਮਿਸਟੇਕਸ, ਤੇ ਆਪਣੀ ਗਲਤੀਆਂ ਤੋਂ
सबक लेना चाहिए, अपनी गलतियों ਤੋਂ ਸਿੱਖਣਾ ਚਾਹੀਦਾ ਹੈ ਕਿ ਇਹ ਕੰਮ ਮੈਂ ਇਦਾਂ ਕੀਤਾ, ਇਹ ਕੰਮ ਨਾਕਾਮਯਾਬ ਕਿਉਂ ਹੋਇਆ, ਮੈਂ ਇਹਦੇ ਵਿੱਚ ਨਾਕਾਮਯਾਬ ਕਿਉਂ ਹੋਇਆ। ਉਹਨੂੰ ਕਿਤਾਬ ਆਪਣੀ ਪੇਪਰ ਪੈਨ ਲੈ ਕੇ ਲਿਖੋ ਕਿਹੜੀ ਕਿਹੜੇ ਕਿਹੜੇ ਪੜਾਅ ਤੇ ਕਿਹੜੀ ਕਿਹੜੀ ਗਲਤੀ ਹੋਈ, ਤੇ ਉਹਨੂੰ ਸਾਰੇ ਦੀ ਪਛਾਣ ਕਰਕੇ ਫਿਰ ਸੋਚੋ ਕਿ ਗਲਤੀ ਕਿਉਂ ਹੋਈ, ਤੇ ਫਿਰ ਸੋਚੋ ਵੀ ਅਗਲੀ ਵਾਰ ਜਦ ਮੈਂ ਕੰਮ ਕਰਾਂਗਾ ਤੇ ਇਹਨਾਂ ਗਲਤੀਆਂ ਵਿੱਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ। ਸੋ ਇਹ ਹੁੰਦਾ ਹੈ ਕੰਮ ਕਰਨ ਦਾ ਤੇ ਅੱਗੇ ਵਧਣ ਦਾ ਸਹੀ ਢੰਗ। ਹੁਣ ਆ ਗਿਆ ਬੱਚੋ ਸੈਕਸ਼ਨ ਨੰਬਰ ਪਾਰਟ ਨੰਬਰ 2, ਕਹਿੰਦੇ ਆਨਸਰ ਦੀ ਫੋਲੋਇੰਗ ਕੁਐਸਚਨਸ ਇਨ ਯੋਰ ਓਨ ਵਰਡਸ। ਹੁਣ ਆਪਣੇ ਸ਼ਬਦਾਂ ਵਿੱਚ ਤੁਸੀਂ ਇਹ ਸਵਾਲਾਂ ਦੇ ਜਵਾਬ ਦੇਣੇ ਨੇ। ਸੋ ਕੁਐਸਚਨ ਨੰਬਰ 1 ਕੀ ਹੈ, ਕਹਿੰਦੇ what should be the guiding principle of our life and why। ਅਰਥਾਤ ਸਾਡੀ ਜ਼ਿੰਦਗੀ ਦਾ ਰਾਹਨੁਮਾਈ ਦਾ, ਅੱਗੇ ਵਧਣ ਦਾ ਜਾਂ ਸਾਨੂੰ ਸੇਧ ਦੇਣ ਦਾ ਅਸੂਲ ਸਿਧਾਂਤ ਕੀ ਹੋਣਾ ਚਾਹੀਦਾ ਹੈ ਅਤੇ ਕਿਉਂ। ਸੋ ਜਵਾਬ ਹੈ ਨਾਓ ਔਰ ਨੈਵਰ, ਹੁਣੇ ਜਾਂ ਕਦੇ ਨਹੀਂ। ਸ਼ੁੱਡ ਬੀ ਦੀ ਗਾਈਡਿੰਗ ਪ੍ਰਿੰਸੀਪਲ ਆਫ ਆਵਰ ਲਾਈਫ, ਇਹ ਸਾਡੀ ਜ਼ਿੰਦਗੀ ਦੀ ਰਾਹਨੁਮਾਈ ਦਾ ਇੱਕ ਸਿਧਾਂਤ ਹੋਣਾ ਚਾਹੀਦਾ ਹੈ। ਹੁਣ ਇਹ ਤੇ ਹੋ ਗਿਆ ਜਵਾਬ। ਹੁਣ ਕਹਿੰਦੇ ਕਿਉਂ, ਕਹਿੰਦੇ ਇਟ ਇਜ਼ ਬਿਕੋਜ਼, ਇਸ ਕਰਕੇ ਵੇ ਕਿ ਟਾਈਮ ਹੈਜ਼ ਗ੍ਰੇਟਰ ਪਾਵਰ ਦੈਨ ਮਨੀ, ਕਿ ਸਮੇਂ ਦੀ ਤਾਕਤ ਜਿਹੜੀ ਹੈ ਉਹ ਪੈਸੇ ਨਾਲੋਂ ਜ਼ਿਆਦਾ ਹੈ। ਕਿਉਂ, ਇੱਕ ਤੇ ਟਾਈਮ ਵੇਟਸ ਫॉर ਨਨ, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਐਂਡ ਟਾਈਮ ਵਨਸ ਲੌਸਟ ਕੈਨ ਨਾਟ ਬੀ ਰੀਗੇਨਡ, ਤੇ ਹੱਥੋਂ ਗਵਾਇਆ ਸਮਾਂ, ਇੱਕ ਵਾਰ ਬੀਤ ਗਿਆ ਸਮਾਂ ਮੁੜ ਕੇ ਨਹੀਂ ਆਉਂਦਾ। ਵੀ ਮਸਟ ਨਾਟ ਪੁੱਟ ਆਫ ਟਿਲ ਟੁਮਾਰੋ, ਸਾਨੂੰ ਕੱਲ ਤੇ ਨਹੀਂ ਸੁੱਟਣਾ ਚਾਹੀਦਾ। ਵਟ ਵੀ ਕੈਨ ਡੂ ਟੂਡੇ, ਜੋ ਅਸੀਂ ਅੱਜ ਕਰ ਸਕਦੇ ਹਾਂ। ਵੀ ਕੈਨ ਕੰਸਟਰਕਟ, ਅਸੀਂ ਉਸਾਰੀ ਕਰ ਸਕਦੇ ਹਾਂ ਕਿਹਦੀ, ਬੈਟਰ ਟੁਮਾਰੋ, ਚੰਗੇ ਭਵਿੱਖ ਦੀ, ਚੰਗੇ ਆਉਣ ਵਾਲੇ ਕੱਲ ਦੀ ਉਸਾਰੀ ਕਿੱਦਾਂ ਕਰ ਸਕਦੇ ਹਾਂ। ਔਨ ਦੀ ਫਾਊਂਡੇਸ਼ਨਸ, ਫਾਊਂਡੇਸ਼ਨ ਹੁੰਦੀ ਬੱਚੋ ਨੀਂਹ, ਜਿੱਦਾਂ ਨੀਂਹ ਪੱਕੀ ਹੁੰਦੀ ਹੈ ਤੇ ਘਰ ਵਧੀਆ ਬਣਦਾ ਹੈ, ਘਰ ਟਿਕਾਊ ਬਣਦਾ ਹੈ। ਫਿਰ ਭਾਵੇਂ ਭੁਚਾਲ ਆ ਜਾਏ, ਹੜ੍ਹ ਆ ਜਾਏ, ਘਰ ਟਿਕਿਆ ਰਹਿੰਦਾ ਹੈ ਜੇ ਨੀਂਹ ਪੱਕੀ ਹੋਏਗੀ। ਤੇ ਬੱਚਿਓ ਸਾਡੇ ਭਵਿੱਖ ਦੀ ਨੀਂਹ ਕਿਹੜੀ ਹੈਗੀ ਹੈ, ਉਹ ਹੈਗੀ ਹੈ ਅੱਜ। ਹੁਣ ਮੈਂ ਕਿਹੜੀਆਂ ਆਦਤਾਂ ਪਾਈਆਂ, ਹੁਣ ਮੈਂ ਬਾਣੀ ਪੜ੍ਹਦਾ ਨਹੀਂ ਪੜ੍ਹਦਾ, ਸੇਵਾ ਕਰਦਾ ਨਹੀਂ ਕਰਦਾ, ਹੁਣ ਮੈਂ ਸਮੇਂ ਤੇ ਪਾਬੰਦ ਬਣਦਾ ਨਹੀਂ ਬਣਦਾ, ਹੁਣ ਮੈਂ ਕਿਤੇ ਗੰਦ ਮੰਦ ਤੇ ਨਹੀਂ ਖਾਂਦਾ, ਜੰਕ ਫੂਡ ਤੇ ਨਹੀਂ ਖਾਂਦਾ, ਕਿ ਹੁਣ ਮੈਂ ਸਲਾਦ ਖਾਂਦਾ, ਦੁੱਧ ਹੀ ਖਾਂਦਾ, ਨਸ਼ਿਆਂ ਤੋਂ ਦੂਰ ਰਹਿਣਾ, ਮਾੜੀਆਂ ਆਦਤਾਂ ਤੋਂ ਪਰੇ ਰਹਿਣਾ, ਮਾੜੀ ਸੰਗਤ ਤੋਂ ਪਰੇ ਰਹਿਣਾ। ਤੇ ਇਹਦਾ ਮਤਲਬ ਕੀ ਹੈ, ਜੇ ਇਦਾਂ ਦੀਆਂ ਆਦਤਾਂ ਮੈਂ ਅੱਜ ਅਪਣਾਵਾਂਗਾ ਤੇ ਮੇਰਾ ਆਉਣ ਵਾਲਾ ਕੱਲ ਜਿਹੜਾ ਹੈ ਉਹ ਬੜਾ ਉਜਲਾ ਹੋਏਗਾ। ਸੋ ਵੀ ਕੈਨ ਕੰਸਟਰਕਟ ਬੈਟਰ ਟੁਮਾਰੋ ਔਨ ਦੀ ਫਾਊਂਡੇਸ਼ਨਸ ਆਫ ਟੁਡੇ ਓਨਲੀ, ਅਰਥਾਤ ਅੱਜ ਦੀ ਨੀਂਹ ਉੱਤੇ ਹੀ ਚੰਗੇ ਕੱਲ ਦੀ ਉਸਾਰੀ ਅਸੀਂ ਕਰ ਸਕਦੇ ਹਾਂ। ਸੋ ਇਸੇ ਕਰਕੇ ਸਾਡੇ ਜੀਵਨ ਦੀ ਰਾਹਨੁਮਾਈ ਦਾ ਸਿਧਾਂਤ ਹੋਣਾ ਚਾਹੀਦਾ ਹੈ, ਹੁਣੇ ਜਾਂ ਕਦੇ ਨਹੀਂ। ਸੋ ਬੱਚਿਓ, ਜਿੰਨੇ ਵੀ ਚੰਗੇ ਕੰਮ ਨੇ ਉਹਨਾਂ ਲਈ ਕਦੀ ਵੀ ਆਲਸ ਨਹੀਂ ਕਰਨਾ ਚਾਹੀਦਾ, ਜਿੰਨੇ ਮਾੜੇ ਕੰਮ ਨੇ ਉਹਨਾਂ ਲਈ ਹਮੇਸ਼ਾ ਆਲਸ ਕਰਨਾ ਚਾਹੀਦਾ ਹੈ। ਅਗਲਾ ਕੁਐਸਚਨ ਆ ਗਿਆ ਨੰਬਰ 2, ਵਾਈ ਇਜ਼ ਦੀ ਬਜਟਿੰਗ ਆਫ ਟਾਈਮ ਇੰਪੋਰਟੈਂਟ। ਹੁਣ ਇਹਦੇ ਬੱਚਿਓ ਸਾਡੇ ਲੈਸਨ ਦਾ ਸਿਰਲੇਖ ਹੀ ਸੀਗਾ ਬਜਟਿੰਗ ਯੋਰ ਟਾਈਮ। ਕਹਿੰਦੇ ਜੋ ਸਮਾਂ ਖਰਚ ਹੈ ਇਹਦੀ ਵਿਉਂਤਬੰਦੀ ਕਰਨੀ ਕਿਉਂ ਜ਼ਰੂਰੀ ਹੈ। ਹੁਣ ਪਹਿਲਾਂ ਤੇ ਲੋਕ ਕਰਦੇ ਨਹੀਂ ਸੀ, ਅੱਜ ਵੀ ਪਿੰਡਾਂ 'ਚ ਨਹੀਂ ਕਰਦੇ। ਕਿਸੇ ਨੂੰ ਕਹੋ ਤੇ ਉਹ ਤੇ ਕਹੇਗਾ ਇਹ ਕਿਹੜਾ ਕੰਮ ਹੋਇਆ ਵੀ। ਪੈਸੇ ਦੀ ਬਜਟਿੰਗ ਤੇ ਉਹ ਵੀ ਨਹੀਂ ਕਿ ਲੋਕੀ ਕਰਦੇ ਕਈ, ਪਰ ਕਈ ਸਿਆਣੇ ਲੋਕ ਤੇ ਜਿਹੜੇ ਹੈਗੇ ਨੇ ਉਹ ਪੈਸੇ ਦੀ ਬਜਟਿੰਗ ਕਰਦੇ ਨੇ। ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਖਰਚਾ ਕਰਨਾ, ਕਿੰਨਾ ਨਹੀਂ ਖਰਚਾ ਕਰਨਾ, ਕਿੱਥੇ ਮੈਂ ਸਰਫਾ ਕਰਨਾ ਹੈ ਹਨਾ। ਤੇ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਇੰਨੀ ਤਨਖਾਹ ਵੇ ਤੇ ਮੈਂ ਇੰਨਾ ਹੀ ਖਰਚਾ ਕਰ ਸਕਦਾ, ਇਸ ਤੋਂ ਵੱਧ ਮੈਂ ਨਹੀਂ ਜਾ ਸਕਦਾ। ਤੇ ਉਹਨਾਂ ਨੂੰ ਕੋਈ ਤੰਗੀ ਨਹੀਂ ਹੁੰਦੀ, ਉਹ ਕਰਜ਼ੇ ਦੇ ਜਾਲ ਵਿੱਚ ਨਹੀਂ ਫਸਦੇ ਫਿਰ। ਪਰ ਬੱਚਿਓ, ਅੱਜ ਦਾ ਸਮਾਂ ਤੇ ਹੁਣ ਇਹ ਆ ਗਿਆ ਕਿ ਪੈਸੇ ਦੀ ਬਜਟਿੰਗ ਤੇ ਆਣੀ ਹੀ ਚਾਹੀਦੀ ਹੈ, ਸਮੇਂ ਦੀ ਬਜਟਿੰਗ ਵੀ ਬਹੁਤ ਜ਼ਰੂਰੀ ਹੈ। ਇਹ ਤੇ ਕੋਈ ਵਿਰਲੇ ਕਰਦੇ ਨੇ, ਇਹ ਕਿ ਪੜ੍ਹੇ ਲਿਖੇ ਵੀ ਨਹੀਂ ਕਰਦੇ। ਮੈਂ ਤੁਹਾਨੂੰ ਲੈਸਨ ਵਿੱਚ ਦੱਸਿਆ ਸੀ ਕਿ ਇਹ ਆਦਤ ਮੈਂ ਆਪਣੇ ਸ਼ਿਪ ਤੇ ਸਿੱਖੀ ਸੀਗੀ। ਕੁਝ ਕਿਤਾਬਾਂ ਵੀ ਪੜ੍ਹਦੇ ਸੀ, ਕੁਝ ਮੈਂ ਆਪਣੇ ਤਜਰਬੇ ਚੋਂ ਸਿੱਖੀ ਹੈ, ਉਹ 'ਚ ਮੈਂ ਤੁਹਾਨੂੰ ਉਦਾਹਰਨ ਦਿੱਤੀ ਵੀ ਸੀਗੀ ਹਨਾ। ਸੋ ਆਓ ਦੇਖੀਏ ਕਿ ਵਾਈ ਇਜ਼ ਦੀ ਬਜਟਿੰਗ ਆਫ ਟਾਈਮ ਇੰਪੋਰਟੈਂਟ। ਕਹਿੰਦੇ ਟਾਈਮ ਇਜ਼ ਮੋਰ ਵੈਲਿਊਏਬਲ ਦੈਨ ਮਨੀ। ਪਹਿਲੀ ਗੱਲ ਤਾਂ ਹੈ, ਜੇ ਪੈਸੇ ਦੀ ਬਜਟਿੰਗ ਹੋ ਸਕਦੀ ਹੈ ਤੇ ਜਿਹੜੀ ਚੀਜ਼ ਉਸ ਤੋਂ ਕੀਮਤੀ ਉਹਦੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਸੋ ਟਾਈਮ ਇਜ਼ ਮੋਰ ਵੈਲਿਊਏਬਲ ਦੈਨ ਮਨੀ, ਜਿਹੜਾ ਸਮਾਂ ਹੈ ਉਹ ਪੈਸੇ ਨਾਲੋਂ ਵੱਧ ਕੀਮਤੀ ਹੈ। ਤੇ ਅਗਲੀ ਗੱਲ, ਐਂਡ ਦੀ ਟਾਈਮ ਵਨਸ ਲੌਸਟ ਇਜ਼ ਲੌਸਟ ਫॉर ਐਵਰ। ਤੇ ਜਿਹੜਾ ਸਮਾਂ ਇੱਕ ਵਾਰ ਗਵਾਚਿਆ ਗਿਆ, ਗਵਾ ਹੋ ਗਿਆ, ਉਹ ਸਮਝੋ ਹਮੇਸ਼ਾ ਲਈ ਗਵਾ ਹੋ ਗਿਆ। ਗਵਾਇਆ ਪੈਸਾ ਤੇ ਮੁੜ ਕੇ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਗਵਾਇਆ ਸਮਾਂ ਮੁੜ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਬਜਟਿੰਗ ਜ਼ਰੂਰੀ ਹੈ। ਫਿਰ ਕਹਿੰਦੇ ਵੇਸਟਿਡ ਟਾਈਮ ਓਨਲੀ ਕਾਜ਼ਿਜ਼ ਰਿਪੈਂਟੈਂਸ। ਰਿਪੈਂਟੈਂਸ ਹੁੰਦਾ ਬੱਚਿਓ ਪਛਤਾਵਾ,
ਵੇਸਟਡ ਟਾਈਮ ਮਤਲਬ ਕਿ ਗਵਾਇਆ ਹੋਇਆ ਸਮਾਂ, ਬਰਬਾਦ ਕੀਤਾ ਸਮਾਂ ਸਿਰਫ ਪਛਤਾਵਾ ਪੱਲੇ ਪਾਉਂਦਾ ਹੈ, ਪਛਤਾਵੇ ਦਾ ਕਾਰਨ ਬਣਦਾ ਹੈ। ਤੇ ਅਗਲੀ ਗੱਲ ਕੀ ਹੈ, ਵੀ ਹੈਵ ਅ ਲੋਟ ਟੂ ਡੂ, ਸਾਡੇ ਕੋਲ ਕਰਨ ਲਈ ਬਹੁਤ ਕੁਝ ਹੈ। ਐਂਡ ਦੀ ਟਾਈਮ ਅਵੇਲੇਬਲ ਇਜ਼ ਲਿਮਿਟਡ, ਤੇ ਜਿਹੜਾ ਸਮਾਂ ਸਾਡੇ ਕੋਲ ਉਪਲਬਧ ਹੈਗਾ ਉਹ ਸੀਮਿਤ ਹੈਗਾ। ਸਾਡੇ ਸਵਾਸ ਬੱਝੇ ਹੋਏ ਨੇ, ਹਨਾ, ਅਸੀਂ ਇੱਕ ਦਿਨ ਇਸ ਧਰਤੀ ਤੋਂ ਚਲੇ ਜਾਣਾ ਹੈ। ਇਨ ਦਿਸ ਏਜ ਆਫ ਗਲੋਬਲਾਈਜੇਸ਼ਨ, ਅਰਥਾਤ ਸੰਸਾਰੀਕਰਨ ਦੇ, ਵਿਸ਼ਵੀਕਰਨ ਦੇ ਇਸ ਯੁੱਗ ਵਿੱਚ, ਐਂਡ ਫਾਸਟ ਪੇਸਡ ਲਾਈਫ, ਫਾਸਟ ਪੇਸਡ ਲਾਈਫ ਦਾ ਮਤਲਬ ਹੁੰਦਾ ਬੱਚਿਓ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ, ਦੌੜਦੀ ਭੱਜਦੀ ਜ਼ਿੰਦਗੀ। In this age of globalization and fast-paced life, we cannot allow a slip of even a second. ਅਸੀਂ ਇੱਕ ਸਕਿੰਟ ਨੂੰ ਵੀ ਗਵਾਉਣ ਦੀ ਗਲਤੀ ਨਹੀਂ ਕਰ ਸਕਦੇ, ਉਕਾਈ ਨਹੀਂ ਕਰ ਸਕਦੇ। ਬੱਚੇ ਜਦੋਂ ਮਹਿੰਗਾਈ ਹੋ ਜਾਂਦੀ ਹੈ ਤੇ ਘਰ ਦੇ ਸਿਆਣੇ ਕੀ ਕਹਿੰਦੇ, ਕਾਕਾ ਰੁਪਈਆ ਰੁਪਈਆ ਕੀਮਤੀ ਹੈ, ਰੁਪਈਆ ਕਮਾਓ ਤਾਂ ਪਤਾ ਲੱਗਦਾ ਹੈ। ਜਦੋਂ ਇਹਦਾ ਔਖਾ ਵੇਲਾ ਆ ਜਾਏ ਫਿਰ ਬੰਦਾ ਇੱਕ ਇੱਕ ਰੁਪਏ ਦਾ ਹਿਸਾਬ ਕਿਤਾਬ ਰੱਖਦਾ ਹੈ। ਕਿਉਂ? ਉਹਨੂੰ ਪਤਾ ਹੁੰਦਾ ਹੈ ਕਿ ਹੁਣ ਪੈਸੇ ਦੀ ਕੀਮਤ ਇਹ ਹੈਗੀ ਹੈ। ਸੋ ਇਸੇ ਤਰ੍ਹਾਂ ਜਿਹੜੇ ਬੰਦੇ ਸਮੇਂ ਦੀ ਕੀਮਤ ਨੂੰ ਸਮਝਦੇ ਨੇ ਉਹ ਫਿਰ ਕਹਿੰਦੇ ਨੇ ਵੀ ਮੈਂ ਸਮਾਂ ਬਰਬਾਦ ਨਹੀਂ ਕਰਨਾ, ਉਹਦੀ ਬਜਟਿੰਗ ਕਰਦੇ ਨੇ। ਫਿਰ ਕਹਿੰਦੇ ਈਚ ਸੈਕਿੰਡ ਇਜ਼ ਵੈਲਿਊਏਬਲ ਇਨ ਇਟਸ ਵੇ, ਹਰ ਇੱਕ ਸੈਕਿੰਡ ਦੀ, ਹਰ ਇੱਕ ਸਕਿੰਟ ਦੀ ਆਪਣੇ ਆਪ ਵਿੱਚ ਉਹਦੀ ਕੀਮਤ ਹੈਗੀ। ਹੁਣ ਬੱਚੇ ਚੰਗੀਆਂ ਆਦਤਾਂ ਤੇ ਸਾਰੀਆਂ ਦੇਖੋ, ਅਸੀਂ ਹਰ ਵੇਲੇ ਤੇ ਕੰਮ ਨਹੀਂ ਕਰਦੇ, ਅਸੀਂ ਪੂਰੀ ਨੀਂਦ ਵੀ ਲੈਣੀ ਹੈ, ਪੌਸ਼ਟਿਕ ਖਾਣਾ ਵੀ ਖਾਣਾ ਹੈ, ਇਸ਼ਨਾਨ ਵੀ ਕਰਨਾ ਹੈ, ਘਰ ਦੀ ਸਫਾਈ ਵੀ ਕਰਨੀ ਹੈ, ਹਨਾ, ਆਪਣੀ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਆਪਣਾ ਹੋਮਵਰਕ ਹੀ ਕਰਨਾ ਹੈ, ਵਰਜਿਸ਼ ਵੀ ਕਰਨੀ ਹੈ, ਖੇਡਾਂ ਵੀ ਖੇਡਣੀ ਹੈ, ਸਿਹਤ ਦਾ ਵੀ ਖਿਆਲ ਰੱਖਣਾ ਹੈ, ਦਿਮਾਗ ਦਾ ਵੀ ਖਿਆਲ ਰੱਖਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਸੀਂ 24 ਘੰਟੇ ਦੇ ਵਿੱਚ ਕਿੱਦਾਂ ਅਸੀਂ ਸਮੇਟਣੀ ਹੈ, ਇਹੀ ਸਾਡੀ ਸਿਆਣਪ ਹੈ ਜੋ ਪਰਮਾਤਮਾ ਨੇ ਸਾਡੇ ਮੋਢਿਆਂ ਤੇ ਉੱਤੇ ਸਿਰ ਲਾਇਆ। ਇਹਦੇ 'ਚ ਬਹੁਤ ਕੀਮਤੀ ਚੀਜ਼ ਹੈ ਜਿਹਨੂੰ ਕਿਹਾ ਜਾਂਦਾ ਦਿਮਾਗ। ਸੋ ਅਸੀਂ ਇਸ ਦਿਮਾਗ ਨੂੰ ਵਰਤ ਕੇ ਬੱਚਿਓ ਬੁਲੰਦੀਆਂ ਛੂ ਸਕਦੇ ਹਾਂ, ਠੀਕ ਹੈ। ਸੋ ਈਚ ਸੈਕਿੰਡ ਇਜ਼ ਵੈਲਿਊਏਬਲ ਇਨ ਇਟਸ ਵੇ, ਦੈਟ ਇਜ਼ ਵਾਈ ਦੀ ਬਜਟਿੰਗ ਆਫ ਟਾਈਮ ਇਜ਼ ਇੰਪੋਰਟੈਂਟ। ਇਹਨਾਂ ਕਾਰਨਾਂ ਕਰਕੇ ਹੀ ਸਮੇਂ ਖਰਚ ਦੀ ਜਿਹੜੀ ਵਿਉਂਤਬੰਦੀ ਹੈ ਉਹ ਮਹੱਤਵਪੂਰਨ ਹੈ। ਹੁਣ ਆ ਗਿਆ ਬੱਚੋ ਕੁਐਸਚਨ ਨੰਬਰ 3, ਰੀਪਰੋਡਿਊਸ। ਰੀਪਰੋਡਿਊਸ ਮਤਲਬ ਮੁੜ ਕੇ ਇਹਨੂੰ ਦੂਜੇ ਰੂਪ ਵਿੱਚ ਪੇਸ਼ ਕਰੋ, ਦੁਬਾਰਾ ਤਿਆਰ ਕਰੋ। ਇਨ ਯੋਰ ਓਨ ਵਰਡਸ, ਆਪਣੇ ਸ਼ਬਦਾਂ ਵਿੱਚ। ਦੀ ਡਾਇਲੋਗ, ਡਾਇਲੋਗ ਹੁੰਦਾ ਬੱਚੋ ਵਾਰਤਾਲਾਪ, ਗੱਲਬਾਤ, ਬਿਟਵੀਨ ਦੀ ਯਕਸ਼ ਐਂਡ ਦੀ ਯੁਧਿਸ਼ਠਰ। ਹੁਣ ਉਹਦੇ ਵਿੱਚ ਤੇ ਉੱਦਾਂ ਹੀ ਗੱਲ ਕੀਤੀ ਹੈ ਟੈਕਸਟ ਵਿੱਚ ਵੀ, ਯੁਧਿਸ਼ਠਰ ਨੇ ਇਦਾਂ ਕਿਹਾ ਤੇ ਯਕਸ਼ ਨੇ ਇਦਾਂ ਕਿਹਾ, ਹਨਾ। ਤੇ ਹੁਣ ਕਹਿੰਦੇ ਇਹਨੂੰ ਡਾਇਲੋਗ ਦੇ ਰੂਪ ਵਿੱਚ ਬੋਲੋ, ਡਾਇਲੋਗ ਦੇ ਰੂਪ ਵਿੱਚ ਲਿਖੋ। ਤੇ ਹੁਣ ਡਾਇਲੋਗ ਵਿੱਚ ਇਦਾਂ ਲਿਖਾਂਗੇ ਵੀ ਯਕਸ਼ ਇਹ ਕਹਿ ਰਿਹਾ, ਦੇਖੋ ਯਕਸ਼ ਇਦਾਂ ਲਿਖਣਾ, ਯਕਸ਼ ਤੇ ਇੱਥੇ ਲਾਣਾ ਸੈਮੀਕੋਲਨ, ਅਰਥਾਤ ਹੁਣ ਇਹ ਗੱਲ ਜਿਹੜਾ ਹੈ ਯਕਸ਼ ਬੋਲ ਰਿਹਾ, ਇੱਥੇ ਲਾ ਦੋ ਇਨਵਰਟਡ ਕੋਮਾ। ਤੇ ਉਹ ਕੀ ਕਹਿੰਦਾ, ਉਹ ਦੀ ਵਾਈਜ਼ ਸਨ ਆਫ ਕੁੰਤੀ, ਕਹਿੰਦੇ ਉਹ ਕੁੰਤੀ ਦੇ ਸਿਆਣੇ ਪੁੱਤਰ। ਵਟ ਇਜ਼ ਦੀ ਬੈਸਟ ਟਾਈਮ ਫॉर ਡੂਇੰਗ ਅ ਥਿੰਗ, ਕੋਈ ਵੀ ਕੰਮ ਕਰਨ ਲਈ ਸਭ ਤੋਂ ਢੁਕਵਾਂ ਸਮਾਂ ਕਿਹੜਾ ਹੈ? ਫਿਰ ਯੁਧਿਸ਼ਠਰ ਜਵਾਬ ਦਿੰਦਾ ਹੈ, ਯੁਧਿਸ਼ਠਰ ਉਹ ਕਹਿੰਦਾ ਲਿਸਨ, ਸੁਣ, ਉਹ ਯਕਸ਼ ਮੇਰੀ ਗੱਲ ਸੁਣ। ਦੀ ਵਰਕ ਐਟ ਹੈਂਡ ਇਜ਼ ਦੀ ਮੋਸਟ ਇੰਪੋਰਟੈਂਟ, ਜਿਹੜਾ ਹੱਥ ਵਿੱਚ ਫੜਿਆ ਹੋਇਆ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਹੈ। ਦੇਅਰਫੋਰ, ਇਸ ਲਈ, ਦੀ ਪ੍ਰੈਜ਼ੈਂਟ, ਜੋ ਵਰਤਮਾਨ ਹੈ, ਇਜ਼ ਦੀ ਬੈਸਟ ਟਾਈਮ ਟੂ ਡੂ ਇਟ। ਸੋ ਬੱਚੇ ਬਸ ਦੋ ਹੀ ਗੱਲਾਂ ਸੀਗੀਆਂ, ਯਕਸ਼ ਨੇ ਸਵਾਲ ਪੁੱਛਿਆ ਤੇ ਯੁਧਿਸ਼ਠਰ ਨੇ ਜਵਾਬ ਦੇ ਦਿੱਤਾ। ਕਿਤਾਬ ਦੇ ਵਿੱਚ ਉਹਨਾਂ ਨੇ ਯਕਸ਼ ਦਾ ਹਵਾਲਾ ਦਿੱਤਾ ਵੀ ਯਕਸ਼ ਨੇ ਇਦਾਂ ਪੁੱਛਿਆ ਤੇ ਯੁਧਿਸ਼ਠਰ ਨੇ ਇਦਾਂ ਜਵਾਬ ਦਿੱਤਾ। ਤੇ ਉਹਨਾਂ ਨੇ ਕਿਹਾ ਇਸ ਗੱਲ ਨੂੰ ਰੀਪਰੋਡਿਊਸ ਕਰੋ ਡਾਇਲੌਗ ਦੇ ਰੂਪ ਵਿੱਚ, ਵੀ ਯਕਸ਼ ਬੋਲ ਰਿਹਾ, ਯਕਸ਼ ਸਵਾਲ ਪੁੱਛਦਾ ਹੈ ਤੇ ਯੁਧਿਸ਼ਠਰ ਜਵਾਬ ਦਿੱਤਾ ਹੈ। ਸੋ ਬੱਚਾ ਡਾਇਲੌਗ ਜਿਹੜਾ ਹੈ ਇਸ ਰੂਪ ਵਿੱਚ ਤਿਆਰ ਹੋਏਗਾ, ਠੀਕ ਹੈ। ਅੱਗੇ ਹੋਰ ਚਲੀਏ। ਹੁਣ ਆ ਗਿਆ ਤੁਹਾਡਾ ਲਾਸਟ ਪਾਰਟ 3 ਆਫ ਕੰਪਰੀਹੈਂਸ਼ਨ ਕੁਐਸਚਨਸ। ਕਹਿੰਦੇ ਟਿਕ ਦੀ ਕਰੈਕਟ ਚੁਆਇਸ, ਜਿਹੜੀ ਸਹੀ ਚੋਣ ਹੈ ਉਹ ਤੇ ਠੀਕ ਦਾ ਨਿਸ਼ਾਨ ਲਗਾਓ। ਸੋ ਦੀ ਪਾਵਰ ਆਫ ਟਾਈਮ ਇਜ਼ ਲਿਟਲ, ਗਲਤ, ਨਿਲ, ਗਲਤ, ਗ੍ਰੇਟ, ਯੈਸ। ਕਿਤਾਬ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ, ਲੈਸਨ ਪੜ੍ਹ ਕੇ ਪਤਾ ਲੱਗਦਾ ਹੈ ਦੀ ਪਾਵਰ ਆਫ ਟਾਈਮ ਇਜ਼ ਗ੍ਰੇਟ। ਲੈਸਨ ਵਿੱਚ ਰਾਈਟਰ ਨੇ ਇਹੀ ਲਿਖਿਆ। ਫਿਰ ਕਹਿੰਦੇ ਐਵਰੀ ਮੋਮੈਂਟ, ਹਰ ਇੱਕ ਪਲ ਹੈ, ਯੂਜ਼ਲੈਸ ਬੇਕਾਰ, ਗੁੱਡ ਵਧੀਆ, ਪ੍ਰੈਸ਼ੀਅਸ ਕੀਮਤੀ, ਲੌਂਗ ਲੰਮਾ। ਸੋ ਜਵਾਬ ਹੈਗਾ ਪ੍ਰੈਸ਼ੀਅਸ, ਠੀਕ ਹੈ। ਟੂ ਗੈਟ ਸਕਸੈਸ, ਅਰਥਾਤ ਕਾਮਯਾਬੀ ਹਾਸਲ ਕਰਨ ਲਈ ਟਾਈਮ ਸ਼ੁੱਡ ਬੀ ਵੇਸਟਡ, ਸਮਾਂ ਬਰਬਾਦ ਕਰਨਾ ਚਾਹੀਦਾ ਹੈ ਨਾ ਜੀ ਨਾ। ਵੀ ਨੀਡ ਨਾਟ ਬੀ ਪੰਕਚੁਅਲ, ਸਾਨੂੰ ਸਮੇਂ ਦੇ ਪਾਬੰਦ ਨਹੀਂ ਹੋਣਾ ਚਾਹੀਦਾ, ਇਹ ਵੀ ਗੱਲ ਗਲਤ ਹੈਗੀ ਹੈ, ਹਨਾ। ਵੀ ਸ਼ੁੱਡ ਬਜਟ ਟਾਈਮ, ਸਾਨੂੰ ਸਮੇਂ ਦੇ ਖਰਚ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ, ਗੱਲ ਬਿਲਕੁਲ ਸਹੀ ਹੈ। ਤੇ ਇਹ ਦੇਖ ਲਈਏ ਵੀ ਸ਼ੁੱਡ ਪੋਸਟਪੋਨ ਥਿੰਗਸ, ਪੋਸਟਪੋਨ ਹੁੰਦਾ ਬੱਚਿਓ ਕੱਲ ਤੇ ਪਾਣਾ, ਟਰਕਾਣਾ,
ਵੀ ਕੱਲ ਕਰ ਲਾਂਗੇ परसों कर लांगे, ਉਹਨੂੰ ਕਹਿੰਦੇ ਨੇ ਪੋਸਟਪੋਨ। ਇਹ ਵੀ ਗੱਲ ਗਲਤ ਹੈਗੀ ਹੈ, ਇਹੋ ਜਿਹਾ ਬੰਦਾ ਕਦੀ ਵੀ ਕਾਮਯਾਬੀ ਹਾਸਿਲ ਨਹੀਂ ਕਰ ਸਕਦਾ। ਸੋ ਵੀ ਸ਼ੁੱਡ ਬਜਟ ਟਾਈਮ, ਅਰਥਾਤ ਸਮੇਂ ਦੇ ਖਰਚ ਦਾ ਹਿਸਾਬ ਕਿਤਾਬ ਸਾਨੂੰ ਰੱਖਣਾ ਚਾਹੀਦਾ ਹੈ ਜੇ ਅਸੀਂ ਕਾਮਯਾਬੀ ਹਾਸਿਲ ਕਰਨਾ ਚਾਹੁੰਦੇ ਹਾਂ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਕੰਪਰੀਹੈਂਸ਼ਨ ਕੁਐਸਚਨਸ ਆਫ ਲੈਸਨ ਨੰਬਰ 3। ਬਾਕੀ ਵੋਕੈਬਲਰੀ ਤੇ ਗ੍ਰਾਮਰ ਜਿਹੜਾ ਹੈ ਉਹ ਅਗਲੇ ਵੀਡੀਓਜ਼ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ। ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਕਰਦੇ ਰਹੋ, ਅੱਗੇ ਵਧਦੇ ਰਹੋ। ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।